ਸਰੀ ਦੇ ਬੰਟੀ ਬਬਲੀ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਹੜੇ ਵੱਡੇ ਲੈਵਲ ਦੇ ਉੱਤੇ ਫਰਾਡ ਕਰ ਰਹੇ ਸੀ। ਜੀ ਹਾਂ, ਇਮੀਗ੍ਰੇਸ਼ਨ ਕਹਿ ਸਕਦੇ ਹਾਂ ਕੰਸਲਟੈਂਟ ਸੀ ਇਹ ਦੋਨੋਂ, ਤੇ ਵੱਡੇ ਲੈਵਲ ਦੇ ਉੱਤੇ ਇਹਨਾਂ ਦਾ ਫਰਾਡ ਸਾਹਮਣੇ ਆਇਆ। ਸਰੀ ਦੀ ਕੈਨ ਏਸ਼ੀਆ ਇਮੀਗ੍ਰੇਸ਼ਨ ਦੀ ਬਾੜ ਜੋੜੀ ਬੰਟੀ ਬਬਲੀ ਇਸ ਲਈ ਬਣ ਗਈ, ਇਮੀਗ੍ਰੇਸ਼ਨ ਫਰਾਡ ਦੇ 69 ਕੇਸਾਂ ਦਾ ਇਹਨਾਂ ਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ। CBSE ਦੇ ਪੰਜਾਬੀ ਅਧਿਕਾਰੀ ਗੈਰੀ ਸਿੱਧੂ ਨੇ ਹੋਰ ਪੁਲਿਸ ਏਜੰਸੀਆਂ ਨਾਲ ਮਿਲ ਕੇ ਗੁਪਤ ਤਰੀਕੇ ਨਾਲ ਇਸ ਜੋੜੀ ਦੇ ਕਾਰਨਾਮਿਆਂ ਦੀ ਰਿਪੋਰਟ ਤਿਆਰ ਕੀਤੀ। ਪਾਠ ਪਰਿਵਾਰ ਦੇ ਫਰਾਡ ਕਰਨ ਦੇ ਸਬੂਤ ਵੀ ਉਹਨਾਂ ਦੇ ਘਰ ਦੇ ਗਾਰਬੇਜ ਬਾਕਸ ਦੇ ਵਿੱਚੋਂ ਮਿਲ ਗਏ, ਕਿਉਂਕਿ ਉਹ ਤਾਂ ਕਾਗਜ਼ ਪੱਤਰ ਬਣਾਉਂਦੇ ਤੇ ਸਬੂਤ ਫਾੜ ਕੇ ਸੁੱਟਦੇ ਰਹੇ। ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜੇ ਸਬੂਤ ਫਾੜ ਕੇ ਸੁੱਟੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਸਬੂਤ ਗਾਰਬੇਜ ਬੈਗ ਦੇ ਵਿੱਚੋਂ ਕੱਢ ਕੇ ਉਹ ਉਹਨਾਂ ਨੂੰ ਜੋੜ ਕੇ ਉਹ ਸਾਰਾ ਉਸਦਾ ਪਰਦਾਫਾਸ਼ ਕਰ ਰਹੇ ਸੀ, ਸਾਰੀ ਰਿਪੋਰਟ ਤਿਆਰ ਕਰ ਰਹੇ ਸੀ। ਉਹ ਜਦੋਂ ਇੱਧਰ ਪਹੁੰਚਦੇ ਸੀ ਤਾਂ ਜੌਬਸ ਲੈਟਰ ਦੇ ਅਕੋਰਡਿੰਗਲੀ ਨਾ ਤਾਂ ਦਫ਼ਤਰ ਉੱਥੇ ਹੁੰਦਾ ਸੀ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਮਾਲਕ ਦਾ ਨਾਮ ਹੁੰਦਾ ਸੀ ਜਿਨ੍ਹਾਂ ਦਾ ਲੈਟਰ ਦੇ ਵਿੱਚ ਨਾਮ ਨਸ਼ਰ ਕੀਤਾ ਹੁੰਦਾ ਸੀ। ਘੱਟੋ ਘੱਟ ਇਹਨਾਂ ਦੇ ਖਿਲਾਫ 110 ਪੰਨਿਆਂ ਦੀ ਇਹ ਰਿਪੋਰਟ ਜਿਹੜੀ ਹੈ ਉਹ ਤਿਆਰ ਹੋਈ ਹੈ। 17 ਦੇ ਵਿੱਚ ਤਾਂ ਇਹਨਾਂ ਨੇ ਜਦੋਂ RBC ਲੈਂਗਲੇ ਬ੍ਰਾਂਚ ਦੇ ਵਿੱਚ ਵੱਡੀ ਰਕਮ ਨਕਦੀ ਜਮ੍ਹਾਂ ਕਰਵਾਈ ਤਾਂ ਪੁੱਛਿਆ ਗਿਆ ਪੈਸੇ ਕਿੱਥੋਂ ਆਏ, ਤਾਂ ਇਹਨਾਂ ਜਵਾਬ ਦਿੱਤਾ ਕਿ ਇਹ ਸਾਡੇ ਕਾਰੋਬਾਰ ਤੋਂ ਵੱਧ ਫੁੱਲ ਰਿਹਾ ਪੈਸਾ ਹੈ ਜਿਹੜਾ ਅਸੀਂ ਜਮ੍ਹਾਂ ਕਰਵਾ ਰਹੇ ਹਾਂ। ਸ਼ੱਕ ਉਦੋਂ ਹੀ ਹੋ ਗਿਆ ਸੀ, ਉਸ ਟਾਈਮ ਤੋਂ ਹੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸਤਿ ਸ਼੍ਰੀ ਅਕਾਲ ਜੀ। ਕੈਨੇਡਾ, ਅਮਰੀਕਾ, ਇੰਡੀਆ ਤੇ ਦੇਸ਼ ਦੇ ਹੋਰ ਕਈ ਥਾਵਾਂ ਤੇ ਜਿੰਨੇ ਵੀ ਲੋਕ ਬੈਠੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿੱਥੇ ਰਾਤ ਹੋ ਚੁੱਕੀ ਹੈ, ਖਾਸ ਕਰਕੇ ਇੰਡੀਆ ਦੇ ਵਿੱਚ ਇਸ ਵੇਲੇ ਰਾਤ ਹੋ ਚੁੱਕੀ ਹੈ, ਡਿਨਰ ਟੇਬਲ ਦੇ ਉੱਤੇ ਤੁਸੀਂ ਸਾਰੇ ਬੈਠੇ ਹੋ, ਤੇ ਗੁੱਡ ਮਾਰਨਿੰਗ ਉਹਨਾਂ ਦੇ ਲਈ ਜਿਹੜੇ ਮਾਰਨਿੰਗ ਦੇ ਵਿੱਚ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਤੇ ਬ੍ਰੇਕਫਾਸਟ ਟੇਬਲ ਦੇ ਉੱਤੇ ਨੇ। ਸੋ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹ ਉਮੀਦ ਜਤਾਉਂਦੇ ਹਾਂ ਕਿ ਵੀਕਐਂਡ ਸੀ, ਸੋ ਹੋਪ ਸੋ ਕਿ ਤੁਹਾਡੇ ਸਾਰਿਆਂ ਦਾ ਜਿਹੜਾ ਵੀਕਐਂਡ ਹੈ ਉਹ ਬਹੁਤ ਵਧੀਆ ਨਿਕਲਿਆ ਹੋਵੇ ਔਰ ਸਿਹਤ ਪੱਖੋਂ ਵੀ ਤੁਸੀਂ ਸਾਰੇ ਬਹੁਤ ਵਧੀਆ ਹੋਵੋ। ਅੱਗੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਹਰ ਰੋਜ਼ ਅਸੀਂ ਗੱਲ ਕਰਦੇ ਹਾਂ ਜੋ ਅਪਡੇਟਸ ਹੁੰਦੇ ਨੇ ਖਬਰਾਂ ਦੇ, ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ, ਹੋਰ ਕਈ ਦੇਸ਼ਾਂ ਦੇ ਵਿੱਚ ਜੋ ਹਾਈਲਾਈਟਸ ਆ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਇਸ ਵੇਲੇ ਸਭ ਤੋਂ ਜਿਹੜੀ ਮੇਨ ਖਬਰ ਹੈ ਉਹ ਤਾਂ ਇਹੀ ਹੈ ਕਿ BC ਦੇ ਵਿੱਚ ਸਮੈਪ ਚੋਣਾਂ ਜੋ ਹੋਣ ਜਾ ਰਹੀਆਂ ਨੇ ਉਹ ਹਾਈਲਾਈਟ ਮੁੱਦਾ ਹੈ, ਕਿਉਂਕਿ BC ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਚੋਣ ਮੈਦਾਨ ਜਿਹੜਾ ਉਹ ਭਖਿਆ ਹੋਇਆ ਹੈ। ਔਰ ਗੱਲ ਅਸੀਂ BC ਇਲੈਕਸ਼ਨ ਦੀ ਹੀ ਸਭ ਤੋਂ ਪਹਿਲਾਂ ਕਰਾਂਗੇ। BC ਇਲੈਕਸ਼ਨ ਇਸ ਵਾਰ ਕੁਝ ਵੱਖਰੇ ਨੇ, ਉਹ ਸਭ ਕੁਝ ਹੋ ਰਿਹਾ ਜੋ ਪਹਿਲਾਂ ਕਦੇ ਨਹੀਂ ਹੋਇਆ। ਕਈ ਥਾਵਾਂ ਦੇ ਉੱਤੇ ਕਈ ਅਜਿਹੇ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲੀਆਂ। ਕੋਵਿਡ ਕਰਕੇ ਵੀ ਕੁਝ ਵੱਖਰਾ ਦੇਖਿਆ ਜਾ ਰਿਹਾ ਹੈ। BC ਦੇ ਵਿੱਚ ਸਮੈਪ ਚੋਣਾਂ ਨਹੀਂ ਤਾਂ ਕੋਵਿਡ ਕਰਕੇ ਵੱਡਾ ਚੈਲੰਜ ਹੈ ਚੋਣਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਨਾ। ਖੈਰ ਪਹਿਲਾਂ ਤਾਂ ਇਹ ਦੱਸ ਦਈਏ ਕਿ ਅਸੈਂਬਲੀ ਜਿਹੜੀ ਹੈ ਉਹ ਖਤਮ ਹੋ ਗਈ ਹੈ। ਇਸ ਵਾਰ ਦੀਆਂ ਚੋਣਾਂ ਦੇ ਵਿੱਚ 87 ਸੀਟਾਂ ਦੇ ਲਈ ਨੋਮੀਨੇਸ਼ਨ ਹੋਈ ਹੈ। 30 ਤੋਂ 31 ਜਿਹੜੇ ਕੈਂਡੀਡੇਟ ਇਸ ਵਾਰ ਭਾਰਤੀ ਮੂਲ ਦੇ ਚੋਣ ਮੈਦਾਨ ਦੇ ਵਿੱਚ ਨੇ। ਕੁਝ ਗ੍ਰੀਨ ਪਾਰਟੀ ਦਾ ਹਿੱਸਾ ਨੇ, ਕੁਝ NDP ਤੇ ਕੁਝ BC ਲਿਬਰਲ ਦਾ। ਨਵੀਂ ਟਰਮ ਦੇ ਵਿੱਚ ਕਈ ਸੀਟਾਂ ਦੇ ਉੱਤੇ ਤਾਂ ਪੰਜਾਬੀਆਂ ਦਾ ਮੁਕਾਬਲਾ ਪੰਜਾਬੀਆਂ ਨਾਲ ਹੀ ਦੇਖਣ ਨੂੰ ਮਿਲ ਰਿਹਾ ਹੈ। ਜੌਨ ਹੌਰਗਨ ਦੀ ਪਾਰਟੀ ਦੇ ਵਿੱਚ 7 ਮਿਨਿਸਟਰਾਂ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਭਾਰਤੀ ਮੂਲ ਦੇ ਸਿਟਿੰਗ MLA ਜਿਹੜੇ ਨੇ ਉਹ 7 ਮੈਂਬਰ ਚੋਣਾਂ ਲੜ ਰਹੇ ਨੇ, ਉਹਨਾਂ ਨੇ ਇਨਕਾਰ ਨਹੀਂ ਕੀਤਾ, ਉਹ ਚੋਣਾਂ ਲੜਨ ਦੇ ਲਈ ਤਿਆਰ ਨੇ। ਬਹੁਤ ਸਾਰੇ ਨਵੇਂ ਚਿਹਰੇ ਵੀ ਚੋਣ ਮੈਦਾਨ ਦੇ ਵਿੱਚ ਨੇ। ਇਹ ਕਾਫੀ ਵੱਡੀ ਗੱਲ ਹੈ। ਇਸ ਵਾਰ 12 NDP ਦੇ ਉਮੀਦਵਾਰ ਨੇ ਤੇ ਇਸ ਤੋਂ ਇਲਾਵਾ ਲਿਬਰਲ ਦੇ ਵੀ ਉਮੀਦਵਾਰ ਨੇ 10 ਤੇ 3 ਗ੍ਰੀਨ ਪਾਰਟੀ ਦੇ ਚੋਣ ਮੈਦਾਨ ਦੇ ਵਿੱਚ ਨੇ। 1-2 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਮਾਈਕ ਭੰਗੂ ਹੋਰੀ ਵੀ ਸ਼ਾਮਿਲ ਨੇ। ਸੋ ਬਹੁਤ ਕੁਝ ਇੱਦਾਂ ਦਾ BC ਇਲੈਕਸ਼ਨ ਦੇ ਵਿੱਚ ਵੱਖਰਾ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਤਾਂ ਇਹੀ ਲੱਗ ਰਿਹਾ ਸੀਗਾ ਕਿ ਸ਼ਾਇਦ ਇਸ ਵਾਰ ਜਿਹੜਾ ਇਲੈਕਸ਼ਨ ਪ੍ਰਕਿਰਿਆ ਜਿਹੜੀ ਵੋਟਿੰਗ ਪ੍ਰਕਿਰਿਆ ਜਿਹੜੀ ਹੈ ਉਹੀ ਵੱਖਰੀ ਹੋਏਗੀ, ਪਰ ਸਿਆਸੀ ਮੈਦਾਨ ਵੀ ਕੁਝ ਵੱਖਰਾ ਹੀ ਹੋ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇੰਨੇ ਜ਼ਿਆਦਾ ਪੰਜਾਬੀ ਉਮੀਦਵਾਰ, ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਡਟ ਕੇ ਖੜੇ ਨੇ। ਸੋ ਇੱਕ ਵੱਖਰੇ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਇੰਟਰਸਟ ਜਿਹੜਾ ਉਹ ਵੀ ਬਣ ਰਿਹਾ ਹੈ। ਸੋ ਹੁਣ ਖੈਰ ਚੋਣਾਂ ਹੋਣਗੀਆਂ, ਵੋਟਿੰਗ ਨਤੀਜੇ ਸਾਹਮਣੇ ਆਉਣਗੇ ਤਾਂ ਹੀ ਪਤਾ ਚੱਲੇਗਾ ਕਿ ਇਸ ਵਾਰ ਜਿਹੜਾ ਸਭ ਕੁਝ ਹੀ ਵੱਖਰਾ ਸੀ ਉਹ ਚੋਣ ਨਤੀਜਿਆਂ ਨੂੰ ਕਿਵੇਂ ਵੱਖਰਾ ਕਰ ਗਿਆ। ਨਜ਼ਰ ਲਗਾਤਾਰ ਬਣੀ ਰਹੇਗੀ, ਅਪਡੇਟ ਅਸੀਂ ਤੁਹਾਨੂੰ ਕਰਦੇ ਰਵਾਂਗੇ। ਅੱਗੇ ਦੱਸ ਦਈਏ ਕਿ ਹੁਣ ਚੋਣਾਂ ਨੇ ਤਾਂ ਇਹ ਵੀ ਤਾਂ ਬਣਦਾ ਹੈ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਕੁਝ ਨਾ ਕੁਝ ਵੋਟਰਾਂ ਨੂੰ ਦੇਣਗੇ, ਕੁਝ ਲੁਭਾਵਨੇ ਵਾਅਦੇ ਕਰਨਗੇ, ਕੋਈ ਨਾ ਕੋਈ ਇਹਨਾਂ ਦਿਨਾਂ ਦੇ ਵਿੱਚ ਅਨਾਉਂਸਮੈਂਟਸ ਹੋਣਗੀਆਂ ਤਾਂ ਵੋਟ ਭੁਗਤਾਈ ਜਾਏਗੀ। ਕਿਉਂਕਿ ਇੱਕ ਤਾਂ ਕੋਵਿਡ ਕਰਕੇ ਜਿਹੜੀ ਵੋਟਿੰਗ ਪ੍ਰਕਿਰਿਆ ਦੇ ਉੱਤੇ ਕਾਫੀ ਫਰਕ ਪੈ ਸਕਦਾ ਹੈ। ਕਹਿੰਦੇ ਨੇ ਕਿ ਪੋਲਿੰਗ ਦੇ ਉੱਤੇ ਜਿਹੜੀ ਪਰਸੈਂਟੇਜ ਦੇ ਉੱਤੇ ਬਹੁਤ ਫਰਕ ਪੈ ਸਕਦਾ ਹੈ, ਜਿਸ ਕਰਕੇ ਵਿਕਲਪ ਜਿਹੜਾ ਉਹ ਵੱਖ-ਵੱਖ ਚੁਣੇ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਮੇਲ ਇਨ ਬੈਲਟ ਦਾ ਇਸਤੇਮਾਲ ਕੀਤਾ ਜਾਏਗਾ। ਸੋ ਅਜਿਹੇ ਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਵਾਅਦੇ ਜਿਹੜੇ ਆ ਪਾਰਟੀਆਂ ਕਈ ਤਰ੍ਹਾਂ ਦੇ ਕਰ ਰਹੇ ਨੇ।
ਸਰੀ ਦੇ ਵਿੱਚ ਜਿਹੜਾ ਮੁੱਦਾ ਹੈ RCMP ਵਰਸਸ ਸਰੀ ਪੁਲਿਸ, ਇਹ ਕਾਫੀ ਰੇੜਕਾ ਵੱਡਾ ਬਣਿਆ ਹੋਇਆ ਕਿਉਂਕਿ ਇਹਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਅਨਾਉਂਸਮੈਂਟਸ ਹੋ ਰਹੀਆਂ ਨੇ। ਪਹਿਲਾਂ ਵੀ ਇਸ ਦੇ ਉੱਤੇ ਜਿੰਨੀ ਵਾਰੀ ਵੀ ਗੱਲ ਹੋਈ ਹੈ ਤਾਂ ਕੁਝ ਅਜਿਹੇ ਐਲਾਨ ਕਰ ਦਿੱਤੇ ਗਏ ਜਿਸ ਕਰਕੇ ਲਿਬਰਲ ਵੀ ਘੇਰੇ ਦੇ ਵਿੱਚ ਆਈ ਤੇ NDP ਨੇ ਕਾਫੀ ਹੱਦ ਤੱਕ ਕਿਸੇ ਤਰੀਕੇ ਨਾਲ ਵੀ ਲਿਬਰਲ ਨੂੰ ਖੂਬ ਘੇਰਿਆ। ਹੁਣ ਜਿਹੜਾ ਲਿਬਰਲ ਨੇ ਐਲਾਨ ਕੀਤਾ, ਲਿਬਰਲ ਦਾ ਇਹ ਕਹਿਣਾ ਹੈ ਕਿ ਅਸੀਂ ਇਹ ਵਾਅਦਾ ਕਰ ਰਹੇ ਕਿ ਜੇ ਅਸੀਂ ਚੋਣਾਂ ਜਿੱਤ ਜਾਂਦੇ ਹਾਂ ਤਾਂ ਇਹਨਾਂ ਦੇ ਵਿੱਚ ਸਰੀ ਦੀ ਜਿਹੜੀ ਪੁਲਿਸ ਤਬਦੀਲੀ ਨੂੰ ਅਸੀਂ ਰੋਕਾਂਗੇ। ਵੈਸੇ ਲਿਬਰਲ ਥੋੜੀ ਇਸ ਮੌਕੇ ਦੇ ਉੱਤੇ ਕਨਫਿਊਜ਼ ਵੀ ਲੱਗ ਰਹੀ ਹੈ ਕਿ ਕਿਹੜਾ ਐਲਾਨ ਇਸ ਵੇਲੇ ਉਹ ਕਰਨ ਕਿਹੜਾ ਨਾ ਕਰਨ। ਇਸ ਲਈ ਉਹਨਾਂ ਨੇ ਕੁਛ ਤਾਂ ਹੁਣ ਲੋਕਾਂ ਨੂੰ ਦੇਣਾ ਹੀ ਹੈ ਕਿਉਂਕਿ ਵਾਅਦਾ ਨਹੀਂ ਕੋਈ ਵੀ ਕਰਨਗੇ ਤਾਂ ਲੋਕ ਵੋਟ ਕਿਵੇਂ ਪਾਉਣਗੇ। ਸੋ ਕਹਿ ਸਕਦੇ ਹਾਂ ਕਿ ਇਹ ਵੱਡਾ ਮੁੱਦਾ ਸਿਆਸੀ ਮੈਦਾਨ ਦੇ ਵਿੱਚ ਬਣਿਆ ਹੋਇਆ ਹੈ। ਇਸ ਲਈ ਲਿਬਰਲ ਨੇ ਕਹਿ ਦਿੱਤਾ ਹੈ ਕਿ ਜਿਹੜੀ ਸਾਰੀ ਪੁਲਿਸ ਤਬਦੀਲੀ ਹੈ ਉਹਨੂੰ ਅਸੀਂ ਧਿਆਨ ਰੱਖਾਂਗੇ, ਉਹਨੂੰ ਰੋਕਾਂਗੇ ਜੇ ਅਸੀਂ ਜਿੱਤ ਜਾਂਦੇ ਹਾਂ। ਉਹਨਾਂ ਨੇ ਆਪਣੇ ਲੀਡਰ ਐਂਡਰਿਊ ਵਿਲਕਨਸਨ ਦੇ ਸਰੀ ਪੁਲਿਸ ਦੇ ਵਿੱਚ ਬਦਲਾਅ ਸੰਬੰਧੀ ਦਿੱਤੇ ਬਿਆਨ ਦੇ ਨਾਲ ਥੋੜਾ ਜਿਹਾ ਉਹ ਹਟ ਗਏ ਨੇ, ਮੇਲਜੋਲ ਖਾ ਨਹੀਂ ਰਿਹਾ। ਦੱਸ ਦਈਏ ਕਿ BC NDP ਉਮੀਦਵਾਰ ਮਾਈਕ ਫਰਨਵਰਥ ਨੇ ਸਟੇਟਮੈਂਟ ਜਾਰੀ ਕਰਦਿਆਂ ਇਹ ਕਿਹਾ ਕਿ ਇਹ ਪ੍ਰਸਤਾਵ ਜਿਹੜਾ ਹੈ ਉਹ ਨਿਰਾਸ਼ਾਜਨਕ ਐਕਟ ਹੈ। ਸਰੀ ਦੇ ਮੇਅਰ ਡਗ ਮਕੱਲਮ ਨੂੰ ਵੀ ਇਹ ਬਿਆਨ ਕੁਝ ਪਸੰਦ ਨਹੀਂ ਆਇਆ। ਉਹ ਕਹਿੰਦੇ ਨੇ ਕਿ ਅਸੀਂ ਇੱਕ ਰੈਫਰੈਂਡਮ ਜ਼ਰੀਏ ਸਰੀ ਦੇ ਵਸਨੀਕਾਂ ਦੇ ਹੱਥ ਚੋਣ ਛੱਡਾਂਗੇ ਕਿ ਉਹ ਕੀ ਚਾਹੁੰਦੇ ਨੇ। RCMP ਜਾਂ ਸਰੀ ਦੀ ਆਪਣੀ ਪੁਲਿਸ, ਉਹਨਾਂ ਨੂੰ ਚਾਹੀਦਾ ਕੀ ਹੈ, ਇਹ ਫਿਰ ਤੋਂ ਚੋਣ ਹੀ ਕਰਾਵਾਂਗੇ। ਹਾਲਾਂਕਿ ਚੋਣ ਪਹਿਲਾਂ ਵੀ ਕਈ ਵਾਰੀ ਕੀਤੀ ਗਈ ਹੈ। ਇਸ ਨੂੰ ਲੈ ਕੇ ਲੋਕਾਂ ਦੇ ਜਿਹੜੇ ਕਹਿ ਸਕਦੇ ਆ ਨਿਰੀਖਣ ਕੀਤੇ ਗਏ, ਕਈ ਤਰ੍ਹਾਂ ਦੇ ਸਰਵੇ ਕੀਤੇ ਗਏ ਨੇ ਕਿ ਲੋਕ ਆਖਿਰਕਾਰ ਚਾਹੁੰਦੇ ਕੀ ਨੇ। ਪਰ ਇਹ ਮੁੱਦਾ ਜਿਉਂ ਦਾ ਤਿਉਂ ਬਣਿਆ ਹੋਇਆ, ਅਜੇ ਵੀ ਠੰਡੇ ਬਸਤੇ 'ਚ ਪਿਆ ਹੋਇਆ। ਜੇ ਭਖਦਾ ਹੈ ਤਾਂ ਸਿਆਸੀ ਮੈਦਾਨ ਦੇ ਵਿੱਚ ਇਹਨਾਂ ਦਿਨਾਂ 'ਚ ਕਾਫੀ ਭਖ ਰਿਹਾ। ਹਾਲਾਂਕਿ ਜਦੋਂ ਐਂਡਰਿਊ ਕਹਿ ਸਕਦੇ ਆ ਕਿ ਐਂਡਰਿਊ ਸ਼ੇਰ ਨੇ ਜਦੋਂ ਪਹਿਲਾਂ ਇਹ ਮੁੱਦਾ ਛਿੜਿਆ ਸੀ ਤਾਂ ਉਸ ਦੇ ਵਿੱਚ ਬਿਆਨ ਵਿਲਕਨਸਨ ਦੇ ਵੱਲੋਂ ਆਇਆ ਸੀ ਤਾਂ ਜੌਨ ਹੌਰਗਨ ਨੇ ਉਸ ਵੇਲੇ ਇਸ ਮੁੱਦੇ ਨੂੰ ਇਹ ਕਹਿ ਦਿੱਤਾ ਸੀ ਕਿ ਭੂੰਡਾ ਦਾ ਖੱਖਰ ਛੇੜਨ ਵਰਗਾ ਇਹ ਮੁੱਦਾ ਹੈ ਜਿਹੜਾ ਫਿਰ ਤੋਂ ਛੇੜ ਦਿੱਤਾ ਗਿਆ ਹੈ। ਸੋ ਉਸ ਵੇਲੇ ਡਗ ਮਕੱਲਮ ਨੂੰ ਵੀ ਉਹਨਾਂ ਨੇ ਘੇਰਿਆ ਸੀ। ਕਹਿੰਦੇ ਡਗ ਮਕੱਲਮ ਜਿਹੜੇ ਨੇ ਉਹ ਇਸ ਲਈ ਜ਼ਿੰਮੇਵਾਰ ਨੇ ਜੋ ਲਿਬਰਲ ਦੇ ਮੰਤਰੀ ਬਿਆਨ ਦੇ ਰਹੇ ਨੇ। ਯਾਨੀ ਹੁਣ BC ਚੋਣਾਂ ਦੀ ਸਿਆਸਤ ਕਹਿ ਸਕਦੇ ਹਾਂ ਕਿ ਇਸ ਮੁੱਦੇ ਦੇ ਆਲੇ ਦੁਆਲੇ ਜੋ ਹੈ ਪੂਰੀ ਤਰ੍ਹਾਂ ਘੁੰਮਦੀ ਦਿਖਾਈ ਦੇਵੇਗੀ। ਇਸ ਮੁੱਦੇ ਦੇ ਉੱਤੇ ਅਜੇ ਵੀ ਸਿਆਸੀ ਕਾਫੀ ਜ਼ਿਆਦਾ ਬਿਆਨਬਾਜ਼ੀ ਹੋ ਰਹੀ ਹੈ। ਲਿਬਰਲ ਕੀ ਕਹਿ ਰਹੀ ਹੈ, NDP ਕੀ ਕਹਿ ਰਹੀ ਹੈ, ਇਹ ਇਲੈਕਸ਼ਨ ਤੋਂ ਬਾਅਦ ਹੁਣ ਪਤਾ ਚੱਲੇਗਾ ਕਿ ਆਖਿਰਕਾਰ ਹੁਣ ਸਰਵੇ ਕਰਵਾਇਆ ਜਾ ਰਿਹਾ ਹੈ ਤਾਂ ਕਦੋਂ ਤੱਕ ਇਸ ਮੁੱਦੇ ਦੇ ਉੱਤੇ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਏਗਾ। ਖੈਰ ਕਹਿ ਸਕਦੇ ਹਾਂ ਕਿ BC ਇਲੈਕਸ਼ਨ ਦੇ ਵਿੱਚ ਇਹ ਵੱਡਾ ਮੁੱਦਾ ਹੈ, ਚੋਣ ਮੁੱਦਾ ਹੈ ਜਿਹੜਾ ਕਿ ਫਿਰ ਤੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਅੱਗੇ ਹੁਣ ਜੇ ਲਿਬਰਲ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਤਾਂ NDP ਕਿਵੇਂ ਪਿੱਛੇ ਰਹਿ ਜੇ ਜਾਂ ਗ੍ਰੀਨ ਪਾਰਟੀ ਕਿਵੇਂ ਪਿੱਛੇ ਰਹਿ ਜੇ। ਹੁਣ ਸਾਰਿਆਂ ਨੂੰ ਕੋਈ ਨਾ ਕੋਈ ਤਾਂ ਆਪਣੇ ਵੱਲੋਂ ਕਿਸੇ ਤਰੀਕੇ ਨਾਲ ਕਹਿੰਦੇ ਨੇ ਨਾ ਕਿ ਅਨਾਉਂਸਮੈਂਟਸ ਕਰਨੀਆਂ ਪੈਣੀਆਂ ਨੇ, ਲੁਭਾਵਨੇ ਵਾਅਦੇ ਕਰਨੇ ਪੈਣੇ ਨੇ। ਇਸ ਲਈ BC ਤੇ ਲਿਬਰਲ ਨੇ ਮਿਲ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਪਹਿਲਾਂ ਹੀ ਕਹਿ ਸਕਦੇ ਹਾਂ ਕਿ ਜਿਹੜੇ ਬਜ਼ੁਰਗਾਂ ਦੀ ਜਿੰਨੇ ਵੱਡੇ ਲੈਵਲ ਦੇ ਉੱਤੇ ਸੀਨੀਅਰਸ ਦੀ ਕੈਜੁਅਲਟੀ ਹੋਈ ਹੈ, ਇੱਕ ਬਹੁਤ ਵੱਡਾ ਮੁੱਦਾ ਰਿਹਾ ਖਾਸ ਕਰਕੇ ਕਰੋਨਾ ਵਾਇਰਸ ਦੇ ਦੌਰਾਨ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਜ਼ੁਰਗਾਂ ਦੀ ਵੱਡੇ ਲੈਵਲ ਦੇ ਉੱਤੇ ਕਹਿ ਸਕਦੇ ਵੱਡੇ ਪੱਧਰ ਦੇ ਉੱਤੇ ਹੈ ਮੌਤ ਹੋਈ ਹੈ। ਪਿੱਛੇ ਜੇ ਕੈਨੇਡਾ ਦੀ ਜੇ ਅਸੀਂ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਜਿਹੜੇ ਕੇਅਰ ਹੋਮ ਸੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵਧੀਕੀਆਂ ਦੇਖਣ ਨੂੰ ਮਿਲੀਆਂ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਬਜ਼ੁਰਗਾਂ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ, ਜਿਸ ਤਰੀਕੇ ਨਾਲ ਉਹਨਾਂ ਦੀ ਕੇਅਰ ਹੋਣੀ ਚਾਹੀਦੀ ਹੈ ਉਹ ਕੇਅਰ ਹੋਮਸ ਦੇ ਵਿੱਚ ਨਹੀਂ ਹੋ ਰਹੀ, ਜਿਸ ਕਰਕੇ ਇਹ ਕਹਿ ਸਕਦੇ ਹਾਂ ਕਿ ਬਜ਼ੁਰਗਾਂ ਨੂੰ ਵੱਡਾ ਨੁਕਸਾਨ ਹੋਇਆ। ਉਸ ਨੁਕਸਾਨ ਦੇ ਲਈ ਕਹਿ ਸਕਦੇ ਹਾਂ ਕਿ ਕਈ ਕੇਅਰ ਹੋਮ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੀ ਜਾਂਚ ਵੀ ਬਿਠਾਈ ਗਈ ਹੈ, ਜਿਨ੍ਹਾਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਸੀ ਕਿ ਆਖਿਰਕਾਰ ਕਮੀ ਕਿੱਥੇ ਪਾਈ ਗਈ ਹੈ। ਖੈਰ ਹੁਣ ਅਨਾਉਂਸਮੈਂਟਸ ਇਹ ਕੀਤੀ ਗਈ ਹੈ ਲਿਬਰਲ ਦੇ ਵੱਲੋਂ ਵੀ ਤੇ NDP ਦੇ ਵੱਲੋਂ ਵੀ ਕਿ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦੇ ਲਈ ਅਸੀਂ ਉਹਨਾਂ ਨੂੰ ਘਰ ਦੇਵਾਂਗੇ ਔਰ ਜਿਹੜੇ ਘਰ ਵੀ ਦੇਣੇ ਨੇ ਉਹ ਇਸ ਤਰੀਕੇ ਨਾਲ ਦਿੱਤੇ ਜਾਣਗੇ ਕਿ ਉਹਨਾਂ ਦੇ ਆਪਣਿਆਂ ਦੇ ਨਜ਼ਦੀਕੀ ਉਹਨਾਂ ਨੂੰ ਇਹ ਘਰ ਦਿੱਤੇ ਜਾਣਗੇ। ਇਸ ਲਈ ਓਲਡ ਪੋਪੂਲੇਸ਼ਨ ਨੂੰ ਦੇਖਦਿਆਂ ਹੋਇਆ NDP ਤੇ ਲਿਬਰਲ ਨੇ ਇਹ ਵੱਡਾ ਐਲਾਨ ਕੀਤਾ ਹੈ ਕਿਉਂਕਿ ਵੋਟ ਬੈਂਕ ਦਾ ਵੱਡਾ ਹਿੱਸਾ ਨੇ ਸੀਨੀਅਰਸ। ਸੋ ਇਹ ਕਹਿ ਸਕਦੇ ਹਾਂ ਕਿ ਹੁਣ ਫਾਈਨੈਂਸ਼ੀਅਲੀ ਸਪੋਰਟ ਕਰਨ ਦੇ ਲਈ ਉਹਨਾਂ ਦੀ ਕੇਅਰ ਦੇ ਲਈ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਨੇ। BC ਗ੍ਰੀਨ ਪਾਰਟੀ ਨੇ ਵੀ ਕਿਰਾਏ ਤੇ ਰਹਿ ਰਹੇ ਲੋਕਾਂ ਦੇ ਲਈ ਮਦਦ ਦਾ ਭਰੋਸਾ ਦਿੱਤਾ ਹੈ। ਸੀਨੀਅਰਸ ਨੂੰ ਆਪਣੇ ਪਰਿਵਾਰਾਂ ਦੇ ਨਾਲ ਨਹੀਂ ਪਰ ਨੇੜੇ ਰੱਖਣ ਦੇ ਲਈ ਘਰ ਤੇ ਹੋਰ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਟੈਕਸ ਕ੍ਰੈਡਿਟ ਯਾਨੀ PST ਜਿਹੜਾ ਹੈ ਉਸ ਦੇ ਵਿੱਚ ਇੰਪਰੂਵਮੈਂਟ ਕੀਤੀ ਜਾਏਗੀ, ਜਲਦੀ ਆਵੇਗਾ। ਅਗਲੇ 5 ਸਾਲਾਂ ਦੇ ਵਿੱਚ ਓਲਡ ਏਜ ਹੋਮ ਦੀਆਂ ਸਹੂਲਤਾਂ ਲਈ $1 ਬਿਲੀਅਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਖਰਚ ਕੀਤੇ ਜਾਣਗੇ। ਖਾਸ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੀ
ओल्ड पॉपूलेशन है उसनों ध्यान दे विच रखिया जाता है। कैनेडा सरकार इसे लिए केयर टेकर नूं वड्डे पद्धर दे उत्ते प्रैफरेंस भी दिंदी है ताकि वड्डा वोट बैंक कह सकते हैं कि सीनियर सिटीजन भी ने, इसलिए इस वेले उन्हां दे लई भी वड्डे ऐलान किए जा रहे हैं। खैर ये जरूर कह सकते हैं कि जो मर्जी है देर आए दुरुस्त आए वाली इत्थे गल कही जा रही है कि जे ये अनाउंसमेंट बेशक चोणां दे माहौल दे विच ही हुई है तां चंगी गल है कि बजुर्गों के लिए एटलीस्ट हुण जो है सरकारां कुछ करनगियां, कुछ हुण उन्हां दे लई चंगा कीता जाएगा। खैर अजे भी ये कह सकते हैं कि पता तो इलैक्शनस तो बाद ही लगेगा कि की कुछ किया जा रहा, हाले तो सिर्फ वादे सामने आ रहे हैं। उधर चोण वादियां दे विच एक अहम खबर ये दस दी है कि ब्लैक मोल दी एनेमी पॉल नूं अपना नवा लीडर चुनिया गया है, यानी कि ग्रीन पार्टी के वलों जिमनी चोण हुई सी जिस दे विच एनेमी पॉल जिहड़े ने उन्हां नूं अपना नवा लीडर चुनिया गया, उन्हां नूं प्रधान चुनिया गया। टोरंटो दे ने एनेमी पॉल ते ये ब्लैक मूल दी वसनीक है, ब्लैक मूल दी महिला मने जा रहे ने एनेमी पॉल। और एक जो कह सकते हैं कि जो पॉल हुई है ਤਾਂ एनेमी पॉल ਨੂੰ ਲੀਡਰਸ਼ਿਪ ਦੌੜ ਦੇ ਵਿੱਚ 12,090 ਵੋਟਾਂ ਹਾਸਲ ਹੋਈਆਂ ਨੇ, ਜਦਕਿ ਦਮਿਤਰੀ ਲਸਕ੍ਰੇਸ ਨੂੰ ਹਰਾ ਕੇ ਇਹਨਾਂ ਇਹ ਵੋਟ ਆਪਣੇ ਨਾਮ ਕੀਤੀ ਹੈ, ਜਿੱਤ ਆਪਣੇ ਨਾਮ ਕੀਤੀ ਹੈ, ਉਹਨਾਂ ਨੂੰ ਕੁੱਲ 10,081 ਵੋਟਾਂ ਹਾਸਿਲ ਹੋਈਆਂ ਨੇ। एनेमी जो ਟੋਰਾਂਟੋ ਦੀ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਹੈ, ਹੁਣ ਕੈਨੇਡਾ ਦੀ ਗ੍ਰੀਨ ਪਾਰਟੀ ਦੀ ਨਵੀਂ ਪ੍ਰਧਾਨ ਚੁਣ ਲਈ ਗਈ ਹੈ। ਪॉल एलिजाबेथ मे ਦੀ ਥਾਂ ग्रीन पार्टी के नवे प्रधान वजों सेवावां निभाउणगे, जिन्हां 13 साल दीयां सेवावां मगरों अहुदे तो अस्तीफा दे दिता सी। गैर गोरी मूल दी हुण पहली कह सकते हैं कि महिला आगू पार्टी दे विच शामिल हुई है। पॉल जदों जित गए तो उन्होंने बहुत सारिया इस तरह दी अनाउंसमेंट्स भी कीतियां ने। उन्होंने संबोधन करदियां खुद नूं गुलामां दी संतान ते न्याय दी लड़ाई लड़ रहे आदिवासी लोगों की साथी दस्सिया है। कह के इतिहासिक पल ने, वो कह रहे सी कि सारे ध्यान च रखन के इतिहासिक पल ने जिन्होंने वो हमेशा याद रखेगी। पॉल एक नॉन प्रैक्टिसिंग वकील है जिसने अपना ज़्यादातर करियर कौमांतरी संस्थावां ते गुजारिया है, जिन्हां च इंटरनेशनल क्रिमिनल कोर्ट ते कैनेडा दा यूरोपी यूनियन मिशन भी शामिल है। टोरंटो की जम्मी पली है, उन्होंने माता स्कूल दे विच पढ़ाउंदे ने, दादी फ्रंटलाइन वर्कर सी। लिबरल ने टोरंटो हल्के दे विच जो अनदेखी की है उसनूं दूर करन दा वादा पॉल ने किया है। पिछले कुछ समय तो ब्लैक मोल के लोगों के नाल जिस तरह वधीकियां भी हो रही सी, अजिहे दे विच ब्लैक मोल की महिला का ग्रीन पार्टी दे विच चुने जाना कह सकते हैं कि काफ़ी हद तक ब्लैक मूल के लोगों के लिए एक चंगा फैसला मनिया जा रहा है। खैर जिस वेले चुने गए तो उस वेले कहा जा रहा है कि काफ़ी खुश भी सी ते कह रहे सी कि ये एक अजिहा इतिहासिक पल है जिसनों सारे ध्यान दे विच रखन ते इस इतिहासिक पल का गवाह वो जरूर बनन। सो अगे ये दस दिए कि कैनेडा दियां इलैक्शनस दे विच दा जो कुछ हो रहा असी लगातार अपडेट कर रहे हैं, लगातार इस ते डिस्कस भी करते हैं। अगे असी अमरीका के वाल नज़र मारीए तो इन्हां दिनां दे विच डोनाल्ड ट्रंप की जिहड़ी सेहत है उन्होंने लैके कह रहे हैं काफ़ी ये सीरीयसनैस एक बनी हुई है कि डोनाल्ड ट्रंप की सेहत हुण ठीक है या नहीं। हालांकि डॉक्टरों के वालों जो इन्फॉर्मेशन दी जा रही है, जो जानकारी दी जा रही है, उस विच ये जरूर कहा गया है कि हुण वो काफ़ी हद तक ठीक ने। उन्हां दी सेहतयाबी दे लई थां थां तो मनोकामनावां कीतियां जा रही ने और उन्हां दे जिहड़े साथी ने वो भी ये कह रहे हैं कि जल्दी जल्दी जिहड़े ने डोनाल्ड ट्रंप वो ठीक हो के वापस आउण, क्योंकि इन्हां दिनां दे विच हुण अमेरिका दे विच भी चोणां दा माहौल है ते अजिहे दे विच डोनाल्ड ट्रंप की सेहत जिस तरीके नाल खराब हो गई है, दुआवां कीतियां जा रही ने कि वो जल्दी ठीक होण। ये भी कहा जा रहा सी कि सोमवार नूं डोनाल्ड ट्रंप जिहड़े ने वो हुण ठीक हो के सारिਆਂ ਦੇ ਵਿੱਚ आ भी सकते हैं। इस तो पहले डोनाल्ड ट्रंप ने अपनी सेहत संबंधी दस्सिया सी कि वो ठीक महसूस हुण कर रहे हैं ते हो सकता है कि जल्दी ही लोगों के विच विचरण भी। पर अजिहे दे विच ये जरूर कह सकते हैं कि डोनाल्ड ट्रंप की सेहत नूं लैके जो है अजे तक ये पता नहीं चल पाया कि स्थिति की बनी हुई है। ये जरूर कहा जा रहा है कि डोनाल्ड ट्रंप जिहड़े ने वो जल्दी ही ठीक हो के सारिਆਂ ਦੇ ਵਿੱਚ विचर भी सकते हैं। तो ये भी जरूर कह सकते हैं कि डोनाल्ड ट्रंप की सेहत जिस तरीके नाल विगड़ी सी उस तो पहला कुछ इस तरह की इस तरीके दी खबरां सामने आईयां सी कि जिस करके ट्विटर ते भी कई लोगों को ताड़ना लगाउणी पई। ट्विटर ने कई अजिहे लोगों को कहते हैं अपने ट्विटर अकाउंट तो हटाया जिहड़े डोनाल्ड ट्रंप के लिए कुछ गलत तरीके दीयां टिप्पणियां कर रहे सी, कुछ गलत तरीके दे नाल कह रहे सी कि जे उन्होंने कोरोना वायरस हो गया डोनाल्ड ट्रंप नूं तां ओह बचन ना, कुछ इस तरीके के कमेंट्स कहते किए गए हैं। पर उन्होंने सारे लोगों को ट्विटर अकाउंट तो हटाया गया है क्योंकि इस तरीके की भद्दी शब्दावली या इस तरीके के कमेंट्स जिहड़े ने वो बर्दाश्त नहीं किए जाते, इस लिए कहा गया है। सो दस दिए कि फिलहाल ये कह सकते हैं कि हुण चोणां दे माहौल दे विच डोनाल्ड ट्रंप की सेहत जिस तरीके नाल खराब हुई है
ਇਹਦੇ ਦੋ ਪਹਿਲੂ ਤਾਂ ਸਾਫ਼ ਦਿਖਾਈ ਦੇ ਰਹੇ ਨੇ। ਇੱਕ ਤਾਂ ਇਹ ਕਿ ਹੋ ਸਕਦਾ ਹੈ ਕਿ ਡੋਨਲਡ ਟਰੰਪ ਜਦੋਂ ਹੁਣ ਠੀਕ ਹੋ ਕੇ ਆਉਂਦੇ ਨੇ ਬਾਹਰ, ਲੋਕਾਂ ਦੇ ਵਿੱਚ ਵਿਚਰਦੇ ਨੇ ਜਾਂ ਲੋਕਾਂ ਨੂੰ ਸੰਬੋਧਿਤ ਕਰਨਗੇ, ਤਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਡੋਨਲਡ ਟਰੰਪ ਸਾਹਿਬ ਨੂੰ ਸਿੰਪਥੀ ਵੋਟ ਮਿਲ ਜਾਏ। ਕਿਤੇ ਨਾ ਕਿਤੇ ਸਿੰਪਥੀ ਦੇ ਤੌਰ ਦੇ ਉੱਤੇ ਵੀ ਕਹਿੰਦੇ ਨੇ ਨਾ ਕਿ ਲੋਕ ਕਈ ਵਾਰੀ ਵੋਟ ਕਰਦੇ ਨੇ, ਸਿੰਪਥੀ ਵੋਟ ਉਹਨਾਂ ਦੇ ਖਾਤੇ ਦੇ ਵਿੱਚ ਜਾ ਸਕਦੀ ਹੈ। ਪਰ ਇਹਦਾ ਦੂਜਾ ਪਹਿਲੂ ਜਿਹੜਾ ਨਜ਼ਰ ਆ ਰਿਹਾ ਉਹ ਇਹ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਸਿੰਪਥੀ ਵੋਟ ਨਹੀਂ ਪੈਂਦੀ ਤਾਂ ਹੋ ਸਕਦਾ ਹੈ ਕਿ ਡੋਨਲਡ ਟਰੰਪ ਦੇ ਇਹ ਵਿਰੋਧ ਵਿੱਚ ਵੀ ਚਲੀ ਜਾਏ, ਕਿਉਂਕਿ ਇਹ ਵੀ ਲੋਕ ਮੰਨ ਸਕਦੇ ਨੇ ਕਿ ਜਿਹੜਾ ਰਾਸ਼ਟਰਪਤੀ ਖੁਦ ਦੀ ਕੇਅਰ ਨਹੀਂ ਕਰ ਸਕਦਾ, ਖੁਦ ਨੂੰ ਬਚਾ ਨਹੀਂ ਸਕਦੇ ਕਰੋਨਾ ਵਾਇਰਸ ਦੇ ਵਿੱਚ, ਉਹ ਅਜਿਹੇ ਵਾਇਰਸ, ਅਜਿਹੀ ਮਹਾਮਾਰੀ ਦੇ ਮਾਹੌਲ ਦੇ ਵਿੱਚ ਸਾਡੀ ਮਦਦ ਕਿਵੇਂ ਕਰਨਗੇ, ਸਾਡੇ ਲਈ ਕੀ ਕਰਨਗੇ। ਸੋ ਦੋਵੇਂ ਪਹਿਲੂ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਪਹਿਲੂ ਜਿਹੜੇ ਹੈ ਇਸ ਦੇ ਦੇਖੇ ਜਾ ਰਹੇ ਨੇ। ਸੋ ਇਹ ਵੱਡੀ ਖਬਰ ਕਹੀ ਜਾ ਸਕਦੀ ਹੈ। ਇੰਤਜ਼ਾਰ ਕੀਤਾ ਜਾ ਰਿਹਾ ਕਿ ਡੋਨਲਡ ਟਰੰਪ ਹੁਣ ਕਦੋਂ ਜਿਹੜੇ ਨੇ ਸਾਹਮਣੇ ਆਉਂਦੇ ਨੇ, ਕਦੋਂ ਲੋਕਾਂ ਦੇ ਵਿੱਚ ਵਿਚਰਨਗੇ ਉਹ, ਤੇ ਕਦੋਂ ਉਹਨਾਂ ਦੀ ਨਵੀਂ ਅਨਾਉਂਸਮੈਂਟਸ ਉਹਨਾਂ ਨੂੰ ਮਿਲੇਗੀ ਤੇ ਕਦੋਂ ਉਹਨਾਂ ਦੀ ਸਿਹਤ ਬਾਰੇ ਪਤਾ ਲੱਗੇਗਾ। ਖੈਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਡੋਨਲਡ ਟਰੰਪ ਸਾਹਿਬ ਠੀਕ ਹੋਣ ਤੇ ਜਲਦੀ ਤੋਂ ਜਲਦੀ ਚੋਣ ਮੈਦਾਨ ਦੇ ਵਿੱਚ ਫਿਰ ਤੋਂ ਦਿਖਾਈ ਦੇਣ, ਉਵੇਂ ਹੀ ਜਿਵੇਂ ਪਹਿਲਾਂ ਕੁਝ ਸਮੇਂ ਪਹਿਲਾਂ ਕਰ ਰਹੇ ਸੀ। ਇੱਕ ਗੱਲ ਹੋਰ ਅਜਿਹੇ ਦੇ ਵਿੱਚ ਇਹ ਦੇਖਣ ਨੂੰ ਮਿਲੀ ਹੈ ਕਿ ਡੋਨਲਡ ਟਰੰਪ ਨੇ ਜਦੋਂ ਪਹਿਲਾਂ ਕੁਝ ਸਮੇਂ ਪਹਿਲਾਂ ਕਹਿ ਰਿਹਾ ਕਿ ਉਹਨਾਂ ਦੀ ਕਰੋਨਾ ਵਾਇਰਸ ਪੋਜ਼ਿਟਿਵ ਆਉਣ ਤੋਂ ਪਹਿਲਾਂ ਉਹਨਾਂ ਦੀ ਡਿਬੇਟ ਹੋਈ ਸੀ। ਸੋ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਦੇ ਮਾਸਕ ਪਾਉਣ ਨੂੰ ਲੈ ਕੇ ਉਹਨਾਂ ਨੇ ਕੁਝ ਟਿੱਪਣੀ ਕੀਤੀ ਸੀ, ਯਾਨੀ ਮਜ਼ਾਕ ਉਡਾਇਆ ਸੀ ਡੋਨਲਡ ਟਰੰਪ ਨੇ ਉਹਨਾਂ ਦਾ। ਸੋ ਕਹਿ ਸਕਦੇ ਹਾਂ ਕਿ ਕਦੀ ਕਦੀ ਕਿਸੇ ਦਾ ਮਜ਼ਾਕ ਉਡਾਉਣਾ ਖੁਦ ਨੂੰ ਵੀ ਮਹਿੰਗਾ ਪੈ ਜਾਂਦਾ ਹੈ। ਅਜਿਹੇ ਮਹਾਮਾਰੀ ਦੇ ਦੌਰ ਦੇ ਵਿੱਚ ਡੋਨਲਡ ਟਰੰਪ ਨੇ ਜਿਸ ਤਰੀਕੇ ਨਾਲ ਆਪਣੇ ਵਿਰੋਧੀ ਦਾ ਮਜ਼ਾਕ ਉਡਾਇਆ ਸੀ ਮਾਸਕ ਪਾਉਣ ਦੇ ਉੱਤੇ, ਸੋ ਇਸੇ ਲਈ ਸ਼ਾਇਦ ਡੋਨਲਡ ਟਰੰਪ ਨੂੰ ਵੀ ਹੁਣ ਇਸ ਚੀਜ਼ ਦਾ ਪਤਾ ਲੱਗ ਗਿਆ ਹੋਏਗਾ ਜਦੋਂ ਉਹ ਖੁਦ ਕਰੋਨਾ ਪੋਜ਼ਿਟਿਵ ਹੋਏ ਨੇ ਤਾਂ ਇਹ ਕਿਸ ਤਰੀਕੇ ਦੀ ਮਹਾਮਾਰੀ ਹੈ, ਇਸ ਤੋਂ ਬਚਣਾ ਕਿੰਨਾ ਜ਼ਰੂਰੀ ਹੈ। ਔਰ ਅਜਿਹੇ ਦੇ ਵਿੱਚ ਕਿਸੇ ਦੀ ਖਿੱਲੀ ਉਡਾਉਣਾ, ਕਿਸੇ ਦਾ ਮਜ਼ਾਕ ਉਡਾਉਣਾ ਨਹੀਂ ਬਣਦਾ, ਬਲਕਿ ਬਤੌਰ ਇੱਕ ਜਿਸ ਤਰੀਕੇ ਨਾਲ ਉਹ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ, ਜਿਸ ਤਰੀਕੇ ਨਾਲ ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਸੇਵਾਵਾਂ ਨਿਭਾਉਣ ਤੇ ਇਸ ਮਹਾਮਾਰੀ ਦੇ ਵਿੱਚੋਂ ਨਿਕਲਣਾ ਕਿਵੇਂ ਹੈ ਉਸ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੇ ਇਸ ਮਹਾਮਾਰੀ ਨੂੰ ਐਟਲੀਸਟ ਹੁਣ ਸੀਰੀਅਸ ਜ਼ਰੂਰ ਲੈ ਲੈਣ। ਅੱਗੇ ਗੱਲ ਕਰਦੇ ਹਾਂ ਜਿਸ ਤਰੀਕੇ ਨਾਲ ਅਨਾਉਂਸਮੈਂਟ, ਖੈਰ ਹੁਣ ਤਾਂ ਤੁਹਾਡੇ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਚੁੱਕੀ ਹੋਏਗੀ ਕਿ ਕੈਨੇਡਾ ਸਰਕਾਰ ਨੇ ਬਹੁਤ ਸਾਰੀਆਂ ਅਨਾਉਂਸਮੈਂਟਸ ਕੀਤੀਆਂ ਨੇ ਲੋਕਾਂ ਦੇ ਲਈ, ਔਰ ਇਹ ਕਹਿ ਦਿੱਤਾ ਹੈ ਕਿ ਜਿਹੜੇ ਆਪਣੇ ਨੇ, ਜਿਹੜੇ ਖਾਸ ਤੌਰ ਤੇ ਕੈਨੇਡੀਅਨਸ ਦੇ ਰਿਸ਼ਤੇਦਾਰ ਨੇ, ਭੈਣ ਭਰਾ ਨੇ, ਮਾਂ ਪਿਓ ਨੇ ਜਾਂ ਰਿਸ਼ਤੇਦਾਰ ਨੇ, ਉਹ ਹੁਣ ਉਹਨਾਂ ਨੂੰ ਮਿਲਣ ਦੇ ਲਈ ਆ ਸਕਦੇ ਨੇ। ਇਹ ਸਿੰਪਥੀ ਦੇ ਆਧਾਰ ਤੇ ਗਈ ਕਿਉਂਕਿ ਇਸ ਵੇਲੇ ਮੌਕਾ ਇਸ ਤਰੀਕੇ ਦਾ ਹੈ ਕਿ ਲੋਕ ਬਹੁਤ ਜ਼ਿਆਦਾ ਨਿਰਾਸ਼ ਵੀ ਨੇ, ਸੋ ਆਪਣਿਆਂ ਨੂੰ ਮਿਲਣਾ ਚਾਹੁੰਦੇ ਨੇ। ਇਸ ਲਈ ਇਹ ਚੰਗੀ ਅਨਾਉਂਸਮੈਂਟ, ਇੱਕ ਵੱਡੀ ਅਨਾਉਂਸਮੈਂਟ ਹੈ ਜਿਹੜੀ ਕੀਤੀ ਗਈ ਹੈ ਤੇ 8 ਅਕਤੂਬਰ ਤੋਂ ਕਹਿ ਰਹੇ ਨੇ ਕਿ ਉਹ ਆਪਣੀਆਂ ਫਾਈਲਾਂ ਲਗਾ ਸਕਦੇ ਨੇ ਆਪਣਿਆਂ ਨੂੰ ਮਿਲਣ ਦੇ ਲਈ। ਸੋ ਹੁਣ ਕਾਫੀ ਹੱਦ ਤੱਕ ਰਾਹਤ ਦੇ ਦਿੱਤੀ ਗਈ ਹੈ। ਹਾਲਾਂਕਿ ਕੋਵਿਡ ਕੁਆਰੰਟੀਨ ਦੇ ਜਿਹੜੇ ਰੂਲਸ ਨੇ ਉਹ ਜਿਉਂਦੇ ਤਿਉਂ ਜ਼ਰੂਰ ਰਹਿਣਗੇ। ਅਜਿਹੇ ਦੇ ਵਿੱਚ ਇਮੀਗ੍ਰੇਸ਼ਨ ਦੀ ਹੁਣ ਅਸੀਂ ਗੱਲ ਕਰ ਰਹੇ ਹਾਂ ਤਾਂ ਇੱਕ ਖਬਰ ਦੇ ਉੱਤੇ ਧਿਆਨ ਲਗਾਉਂਦੇ ਹਾਂ। ਹੋਪ ਸੋ ਕਿ ਤੁਸੀਂ ਸਾਰਿਆਂ ਨੇ ਬਾਲੀਵੁੱਡ ਦੀ ਇੱਕ ਫਿਲਮ ਹੈ ਬੰਟੀ ਬਬਲੀ, ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੇ ਉਹ ਮੂਵੀ ਜ਼ਰੂਰ ਦੇਖੀ ਹੋਣੀ ਹੈ। ਉਸਦੀ ਜੇ ਕਿਸੇ ਨੇ ਨਹੀਂ ਦੇਖੀ ਤਾਂ ਥੋੜੀ ਜਿਹੀ ਉਹਦੀ ਸਟੋਰੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਉਹਦੀ ਸਟੋਰੀ ਦੇ ਵਿੱਚ ਇਹ ਸੀਗਾ ਕਿ ਬੰਟੀ ਔਰ ਬਬਲੀ, ਅਭਿਸ਼ੇਕ ਬੱਚਨ, ਰਾਣੀ ਮੁਖਰਜੀ ਦੀ ਮੂਵੀ ਹੈ। ਉਹਦੇ ਵਿੱਚ ਸੀਗਾ ਕਿ ਵੱਡੇ ਲੈਵਲ ਦੇ ਉੱਤੇ ਕਹਿੰਦੇ ਨਾ ਫਰਾਡ ਹੁੰਦਾ, ਉਹ ਫਰਾਡ ਕਿਵੇਂ ਕਰਦੇ ਨੇ, ਉਹ ਦੋਵੇਂ ਇੱਕੋ ਜਿਹੇ ਹੁੰਦੇ ਨੇ। ਰਾਣੀ ਮੁਖਰਜੀ ਵੀ ਫਰਾਡ ਕਰਦੀ ਹੁੰਦੀ, ਅਭਿਸ਼ੇਕ ਬੱਚਨ ਵੀ। ਐਡੇ ਵੱਡੇ ਲੈਵਲ ਦਾ ਫਰਾਡ ਹੁੰਦਾ ਕਿ ਉਹ ਤਾਜ ਮਹਿਲ ਦੀ ਬੋਲੀ ਤੱਕ ਲਗਾ ਦਿੰਦੇ ਨੇ ਤੇ ਇੰਨਾ ਪੈਸਾ ਕਮਾਉਂਦੇ ਨੇ। ਦੋਵੇਂ ਕਹਿੰਦੇ ਨੇ ਬਾਅਦ ਦੇ ਵਿੱਚ ਜਿਵੇਂ ਰਾਮ ਮਿਲਾ ਇਹ ਜੋੜੀ ਵਾਲਾ ਹਿਸਾਬ ਹੋ ਜਾਂਦਾ, ਦੋਨਾਂ ਦਾ ਵਿਆਹ ਹੋ ਜਾਂਦਾ, ਵਿਆਹ ਤੋਂ ਬਾਅਦ ਵੀ ਉਹ ਇਹੀ ਕੁਝ ਕਰਦੇ ਰਹਿੰਦੇ ਨੇ। ਵੱਡੇ ਲੈਵਲ ਤੇ ਤਗੜਾ ਫਰਾਡ ਕਰਕੇ ਖੂਬ ਪੈਸਾ ਕਮਾਉਂਦੇ ਨੇ। ਤੁਸੀਂ ਹੁਣ ਸੋਚੋਗੇ ਕਿ ਗੱਲ ਖਬਰਾਂ ਦੀ ਹੋ ਰਹੀ ਸੀ ਤੇ ਇੱਥੇ ਮੈਂ ਬੰਟੀ ਬਬਲੀ ਤੇ ਅਭਿਸ਼ੇਕ ਬੱਚਨ, ਰਾਣੀ ਮੁਖਰਜੀ ਤੇ ਕਿੱਥੇ ਪਹੁੰਚ ਗਈ। ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਨੂੰ ਇਹ ਜ਼ਿਕਰ ਕਿਉਂ ਕਰਨਾ ਪਿਆ। ਦਰਅਸਲ ਇੱਕ ਅਜਿਹੇ ਹੀ ਸਰੀ ਦੇ ਬੰਟੀ ਬਬਲੀ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਹੜੇ ਵੱਡੇ ਲੈਵਲ ਦੇ ਉੱਤੇ ਫਰਾਡ ਕਰ ਰਹੇ ਸੀ। ਜੀ ਹਾਂ, ਇਮੀਗ੍ਰੇਸ਼ਨ ਕਹਿ ਸਕਦੇ ਹਾਂ ਕੰਸਲਟੈਂਟ ਸੀ ਇਹ ਦੋਨੋਂ, ਤੇ ਵੱਡੇ ਲੈਵਲ ਦੇ ਉੱਤੇ ਇਹਨਾਂ ਦਾ ਫਰਾਡ ਸਾਹਮਣੇ ਆਇਆ ਹੈ। ਫਰਾਡ ਵੀ ਇਸ ਤਰੀਕੇ ਦਾ, ਇਸ ਲੈਵਲ ਦਾ ਕਿ ਤੁਸੀਂ ਖੁਦ ਵੀ ਸੋਚ ਨਹੀਂ ਸਕਦੇ। ਇਹ 62 ਜੋੜੀ ਹੈ, ਇਹ 62 ਜੋੜੀ ਜਿਹੜੇ ਕੈਨੇਸ਼ੀਆ ਇਮੀਗ੍ਰੇਸ਼ਨ ਹੈ ਉਹਦੇ ਨਾਲ ਰਿਲੇਟਡ ਸੀਗੇ। ਇਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਚੱਲ ਰਹੀ ਸੀ। ਇਹ ਕੀ ਕਰਦੇ ਸੀ ਕਿ ਵੱਡੇ ਲੈਵਲ ਦੇ ਉੱਤੇ ਇਹਨਾਂ ਨੇ ਫਰਾਡ ਕੀਤੇ, ਜਿਸ ਦੇ ਵਿੱਚ ਲੋਕਾਂ ਨੂੰ ਬੁਲਾਉਣ ਦੇ ਲਈ, ਜਿਹੜੇ ਲੋਕ ਇੱਧਰ ਸੱਦ ਰਹੇ ਸੀ ਉਹਨਾਂ ਨੂੰ ਬੁਲਾਉਣ ਦੇ ਲਈ ਇਹ ਵੱਡੇ ਲੈਵਲ ਦੇ ਉੱਤੇ ਧੋਖਾਧੜੀ ਕਰਦੇ ਸੀ, ਉਹਨਾਂ ਨੂੰ ਬੇਵਕੂਫ ਬਣਾਉਂਦੇ ਸੀ। ਤੇ ਤੁਸੀਂ ਇਹਨਾਂ ਬਾਰੇ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਸਰੀ ਦੀ ਕੈਨੇਸ਼ੀਆ ਇਮੀਗ੍ਰੇਸ਼ਨ ਦੀ ਬਾੜ ਜੋੜੀ ਬੰਟੀ ਬਬਲੀ ਇਸ ਲਈ ਬਣ ਗਈ।
ਇਮੀਗ੍ਰੇਸ਼ਨ ਫਰਾਡ ਦੇ 69 ਕੇਸਾਂ ਦਾ ਇਹਨਾਂ ਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ। ਰੁਪਿੰਦਰ ਬਾਠ ਤੇ ਨਵਦੀਪ ਬਾਠ ਪਤੀ ਪਤਨੀ ਨੇ ਦੋਵੇਂ ਇਮੀਗ੍ਰੇਸ਼ਨ ਦੇ ਦਫ਼ਤਰ ਖੋਲ ਕੇ ਵੱਡੇ ਪੱਧਰ ਦੇ ਉੱਤੇ ਫਰਾਡ ਕਰ ਰਹੇ ਸੀ। ਸੀਬੀਐਸਈ ਦੇ ਪੰਜਾਬੀ ਅਧਿਕਾਰੀ ਗੈਰੀ ਸਿੱਧੂ ਨੇ ਹੋਰ ਪੁਲਿਸ ਏਜੰਸੀਆਂ ਨਾਲ ਮਿਲ ਕੇ ਗੁਪਤ ਤਰੀਕੇ ਨਾਲ ਇਸ ਜੋੜੀ ਦੇ ਕਾਰਨਾਮਿਆਂ ਦੀ ਰਿਪੋਰਟ ਤਿਆਰ ਕੀਤੀ। ਛਾਣਬੀਨ ਇਸ ਕਦਰ ਹੋਈ ਕਿ ਸਾਰਿਆਂ ਨੂੰ हैरान कर दिता। गैरी सिद्धू ने कहते ने ना कि चोर जो चोरी करता तो कुछ अजिहा सबूत किते ना किते जरूर छड़ जाता है जिहड़ा ਉਹਦੇ खिलाफ चला जाता है। बस बाठ परिवार के फ्रॉड करन दे सबूत भी उन्होंने घर के गारबेज बॉक्स के विचों मिल गए, क्योंकि वो तो कागज पत्तर बनाते तो सबूत फाड़ के सुट्टते रहे, पर उन्होंने नहीं पता सी कि जेड़े सबूत फाड़ के सुट्टे जा रहे हैं वो किते ना किते पुलिस अधिकारी जेड़े ने वो सबूत गारबेज बैग के विचों कढ़ के वो उन्होंने जोड़ के वो सारा उसका पर्दाफाश कर रहे सी, सारी रिपोर्ट तैयार कर रहे सी कि आखिरकार किन्ने वड्डे लैवल के उत्ते ये फ्रॉड कर रहे हैं। लोगों को बाहरों बुला रहे हैं, उन्होंने सद के उन्होंने जॉब्स लैटर दित्तियां जा रही ने, तो जॉब्स लैटर जिहड़ियां दित्तियां जा रही ने वो पेड हुंदियां सी, जिन्हां दा खर्चा जो ये लैंदे सी कह सकते हैं कि 28,000 तक, $16,000 तक, $60,000 तक की फीस वसूलते सी। ਜਦੋਂ ਲੈਟਰ ਪੇਡ ਹੁੰਦੀ ਸੀ, ਜਦੋਂ ਉਹਨਾਂ ਨੂੰ ਜੌਬ ਦਾ ਚਾਂਸਾ ਦਿੱਤਾ ਜਾਂਦਾ ਸੀ, ਉਹਨਾਂ ਨੂੰ ਜੌਬ ਦਿਖਾਈ ਜਾਂਦੀ ਸੀ ਤਾਂ ਫਿਰ ਉਹਨਾਂ ਦਾ ਕੇਸ ਲਗਾਇਆ ਜਾਂਦਾ ਸੀਗਾ। ਉਹ ਜਦੋਂ ਇੱਧਰ ਪਹੁੰਚਦੇ ਸੀ ਤਾਂ ਜੌਬਸ ਲੈਟਰ ਦੇ ਅਕੋਰਡਿੰਗਲੀ ਨਾ ਤਾਂ ਦਫ਼ਤਰ ਉੱਥੇ ਹੁੰਦਾ ਸੀ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਮਾਲਕ ਦਾ ਨਾਮ ਹੁੰਦਾ ਸੀ ਜਿਨ੍ਹਾਂ ਦਾ ਲੈਟਰ ਦੇ ਵਿੱਚ ਨਾਮ ਨਸ਼ਰ ਕੀਤਾ ਹੁੰਦਾ ਸੀ। ਘੱਟੋ ਘੱਟ ਇਹਨਾਂ ਦੇ ਖਿਲਾਫ 110 ਪੰਨਿਆਂ ਦੀ ਇਹ ਰਿਪੋਰਟ ਜਿਹੜੀ ਹੈ ਉਹ ਤਿਆਰ ਹੋਈ ਹੈ ਔਰ ਕਈਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਦੇ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ ਇਹਨਾਂ कई पैसे ठगे। ਜਦੋਂ ਲੋਕ ਇੱਥੇ ਪਹੁੰਚਦੇ ਸੀ ਨਾ ਤਾਂ ਜੌਬ ਲੈਟਰ ਦੇ ਲਿਖਿਆ ਦਫ਼ਤਰ ਹੁੰਦਾ ਸੀ, ਨਾ ਹੀ ਕੋਈ ਨੌਕਰੀ, ਪਰ ਫਰਾਡ ਤਰੀਕੇ ਨਾਲ ਬੁਲਾਏ ਕਈ ਲੋਕ ਹੁਣ ਤੱਕ ਤਾਂ ਇੱਥੇ ਸਿਟੀਜ਼ਨ ਬਣ ਚੁੱਕੇ ਨੇ। ਇਸ ਸਾਊਥ ਏਸ਼ੀਅਨ ਕਮਿਊਨਿਟੀ ਦੇ ਵੱਖ-ਵੱਖ ਲੋਕ ਤਾਂ ਇਸ ਵਿੱਚ ਸ਼ਾਮਿਲ ਹੁੰਦੇ ਹੀ ਸੀ। ਹੋਰ ਕਈ ਥਾਵਾਂ ਤੋਂ ਇਹਨਾਂ ਨੇ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਸਾਊਥ ਅਫਰੀਕਾ ਤੋਂ, ਕਈ ਥਾਵਾਂ ਤੋਂ ਇਹਨਾਂ ਨੇ ਲੋਕ ਸੱਦੇ ਤੇ ਨੌਕਰੀ ਹਾਸਲ ਕਰਨ ਦੇ ਬਦਲੇ ਕਈ ਤਰ੍ਹਾਂ ਦੇ ਪੈਸੇ ਵਸੂਲੇ ਜਾਂਦੇ ਸੀ। 2017 ਦੇ ਵਿੱਚ ਤਾਂ ਇਹਨਾਂ ਨੇ ਜਦੋਂ RBC ਲੈਂਗਲੇ ਬ੍ਰਾਂਚ ਦੇ ਵਿੱਚ ਵੱਡੀ ਰਕਮ ਨਕਦੀ ਜਮ੍ਹਾਂ ਕਰਵਾਈ ਤਾਂ ਪੁੱਛਿਆ ਗਿਆ ਪੈਸੇ ਕਿੱਥੋਂ ਆਏ, ਤਾਂ ਇਹਨਾਂ ਜਵਾਬ ਦਿੱਤਾ ਕਿ ਇਹ ਸਾਡੇ ਕਾਰੋਬਾਰ ਤੋਂ ਵੱਧ ਫੁੱਲ ਰਿਹਾ ਪੈਸਾ ਹੈ ਜਿਹੜਾ ਅਸੀਂ ਜਮ੍ਹਾਂ ਕਰਵਾ ਰਹੇ ਹਾਂ। ਸ਼ੱਕ ਉਦੋਂ ਹੀ ਹੋ ਗਿਆ ਸੀ, ਉਸ ਟਾਈਮ ਤੋਂ ਹੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਬੜੀ ਹੈਰਾਨਗੀ ਦੀ ਗੱਲ ਹੈ ਕਿ ਇਸ ਤਰੀਕੇ ਨਾਲ ਧੋਖਾਧੜੀ ਤੇ ਵੱਡੇ ਲੈਵਲ ਦਾ ਫਰਾਡ ਹੁੰਦਾ ਹੈ ਕਿ ਕੁਝ ਸੋਚਿਆ ਨਹੀਂ ਜਾਂਦਾ, ਕੁਝ ਕੀਤਾ ਨਹੀਂ ਜਾਂਦਾ। ਸਾਡੇ ਵਰਗੇ ਲੋਕ ਜਦੋਂ ਫਾਈਲਾਂ ਲਗਾਉਂਦੇ ਨੇ ਸਾਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਸਹੀ ਹੱਥਾਂ ਦੇ ਵਿੱਚ ਆ, ਅਸੀਂ ਸਹੀ ਤਰੀਕੇ ਦੇ ਨਾਲ ਹੀ ਆਪਣਾ ਕੇਸ ਜਿਹੜਾ ਲਗਾ ਰਹੇ, ਸਾਨੂੰ ਸਹੀ ਨੌਕਰੀ ਦਿੱਤੀ ਜਾ ਰਹੀ ਹੈ, ਕੋਈ ਫਰਾਡ ਨਹੀਂ ਹੋ ਰਿਹਾ। पर फ्रॉड इस लैवल तक होंदा है जिसका सानू अंदाज़ा नहीं होंदा। खैर जिहड़े लोग इधर पहुँच गए इन्हां दे धोखाधड़ी का शिकार हो के हुण वापस तक कित्थे जाना सी, हुण वो भी कह सकते कि इमीग्रेशन बने हुए ने, हो सकता है कि छाणबीन उन्हां दी भी हो जाए, पर यह जरूर कह सकते हैं कि इन्ने वड्डे लैवल का फ्रॉड होना अपने आप दे विच ही बहुत वड्डी गल है कि बिना किसी खौफ के, बिना किसी डर के, धड़ल्ले दे नाल इन्ना वड्डा फ्रॉड करना वाकई हैरानी की गल है। इत्थों तक कि ਜਦੋਂ ਇਹਨਾਂ ਦੀ ਛਾਣਬੀਨ ਕੀਤੀ ਗਈ ਤਾਂ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਕਿ ਜਿਹੜੀਆਂ ਇਹਨਾਂ ਨੇ ਖੁਦ ਤਿਆਰ ਕੀਤੀਆਂ ਜਾਂਦੀਆਂ ਸੀ। ਇੱਕ ਇਹੋ ਜਿਹੀ ਟੀਮ ਇਹਨਾਂ ਦੀ ਸੀਗੀ ਜਿਨ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਸੀ, ਕਿਸੇ ਦਾ ਰੈਸਟੋਰੈਂਟ ਸੀ, ਕਿਸੇ ਦਾ ਹੋਟਲ ਸੀ, ਕਿਸੇ ਦਾ ਕੋਈ ਕਾਰੋਬਾਰ, ਜਿਨ੍ਹਾਂ ਤੋਂ ਜੌਬਸ ਲੈਟਰ ਲੈ ਕੇ, ਜਿਨ੍ਹਾਂ ਦੀਆਂ ਦਿਖਾ ਕੇ ਜੌਬਸ ਲੈਟਰਸ ਇਮੀਗ੍ਰੇਸ਼ਨ ਨੂੰ ਸੱਦਿਆ ਜਾਂਦਾ ਸੀਗਾ, ਇਮੀਗ੍ਰੈਂਟਸ ਨੂੰ ਇੱਧਰ ਸੱਦਿਆ ਜਾਂਦਾ ਸੀਗਾ। ਸੋ ਇਸ ਲੈਵਲ ਤੱਕ ਇਹ ਧੋਖਾਧੜੀ ਕਰ ਰਹੇ ਸੀ। ਇਸ ਖਬਰ ਨੂੰ ਦੱਸਣ ਦਾ ਸਿਰਫ ਇੱਕ ਹੀ ਮਕਸਦ ਹੈ, ਇੱਕ ਤਾਂ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਇਹ ਫਰਾਡ ਕਰ ਵੀ ਰਹੇ ਨੇ ਜਾਂ ਫਿਰ ਕਰਨ ਦਾ ਸੋਚ ਰਹੇ ਨੇ। ਇਹ ਉਹਨਾਂ ਲੋਕਾਂ ਦੇ ਲਈ ਖਾਸ ਤੌਰ ਤੇ ਖਬਰ ਹੈ ਕਿ ਹਜੇ ਵੀ ਰੁਕ ਜਾਓ, ਹਜੇ ਵੀ ਆਪਣੇ ਕੰਮ ਨੂੰ ਠੱਲ ਪਾ ਲਓ ਕਿਉਂਕਿ ਕੁਝ ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਉੱਤੇ ਵੀ ਸਖਤੀ ਹੋ ਜਾਏ, ਤੁਸੀਂ ਵੀ ਇਸੇ ਤਰੀਕੇ ਨਾਲ ਫੜੇ ਜਾਓ, ਕਿਉਂਕਿ ਜਦੋਂ ਤੱਕ ਤਾਂ ਬਚੇ ਹੋਏ ਹੋ, ਜੇ ਫੜੇ ਗਏ ਤਾਂ ਕਾਫੀ ਬੁਰਾ ਹੋ ਸਕਦਾ ਹੈ। ਹੁਣ ਇਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਹਿੰਦੇ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋਣੀ ਹੈ। ਉਸ ਤੋਂ ਬਾਅਦ ਜਿਹੜੇ ਚਾਰजेस ਇਹਨਾਂ ਦੇ ਉੱਤੇ ਲੱਗੇ ਨੇ ਉਹਨਾਂ ਦੇ ਸਾਰੇ ਜਿਹੜੇ 110 ਪੰਨਿਆਂ ਦੀ ਰਿਪੋਰਟ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਏਗਾ ਕਿ ਇਹ ਕੀ ਕਰਦੇ ਰਹੇ ਸੀ, ਕਿੰਨੇ ਲੋਕ ਇਹਨਾਂ ਸੱਦੇ, ਕਿੰਨੇ ਵੱਡੇ ਲੈਵਲ ਦਾ ਫਰਾਡ ਕੀਤਾ ਜਾ ਰਿਹਾ ਸੀ। ਸੋ ਲੰਬੇ ਕਹਿ ਸਕਦੇ ਹਾਂ ਕਿ ਸਮੇਂ ਦੇ ਲਈ ਇਹ ਹੁਣ ਜਾਣਗੇ, ਇਹਨਾਂ ਦੀ ਲੰਬੇ ਸਮੇਂ ਦਾ ਇਹਨਾਂ ਨੂੰ ਭੁਗਤਾਨ ਇਸ ਚੀਜ਼ ਦਾ ਕਰਨਾ ਪਵੇਗਾ, ਵੱਡੀ ਸਜ਼ਾ ਇਹਨਾਂ ਨੂੰ ਮਿਲ ਸਕਦੀ ਹੈ। ਇਹ ਉਹਨਾਂ ਲੋਕਾਂ ਦੇ ਲਈ ਵੀ ਖਬਰ ਹੈ ਜਿਹੜੇ ਲੋਕ ਕੰਸਲਟੈਂਟਸ ਜਿਹੜੇ ਜਦੋਂ ਚੁਣਦੇ ਨੇ ਤਾਂ ਉਹ ਜ਼ਿਆਦਾ ਉਹਨਾਂ ਦੀ ਛਾਣਬੀਨ ਨਹੀਂ ਕਰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰੀਕੇ ਨਾਲ ਇਹ ਬੰਦਾ ਕੰਮ ਕਰੇਗਾ।
ਫਰਾਡ ਕੇਸ ਤਾਂ ਨਹੀਂ ਸਾਨੂੰ ਫਸਾ ਸਕਦਾ ਕੱਲ੍ਹ ਨੂੰ, ਉਹ ਵੀ ਲੋਕ ਜਰਾ ਧਿਆਨ ਰੱਖਣ। ਨੋ ਡਾਊਟ ਕੈਨੇਡਾ ਆਉਣ ਦੀ ਜਿਹੜੀ ਵੱਡੀ ਲਿਸਟ ਹੈ, ਬਹੁਤ ਕਹਿ ਸਕਦੇ ਹਾਂ ਕਿ ਇੰਡੀਆ ਦੀ ਜੇ ਗੱਲ ਕਰੀਏ ਤਾਂ ਅੱਧੇ ਤੋਂ ਜ਼ਿਆਦਾ ਇੰਡੀਆ ਦੇ ਜਿਹੜੇ ਲੋਕ ਨੇ ਉਹ ਵੀ ਕੈਨੇਡਾ ਆਉਣ ਨੂੰ ਤਿਆਰ ਨੇ। ਬਾਕੀ ਹੋਰ ਥਾਵਾਂ ਦੇ ਉੱਤੋਂ ਵੀ ਲੋਕ ਜਿਹੜੇ ਨੇ ਕੈਨੇਡਾ ਆਉਣ ਦੇ ਵਿੱਚ ਕਾਫੀ ਦਿਲਚਸਪੀ ਦਿਖਾਉਂਦੇ ਨੇ। ਆਓ ਜ਼ਰੂਰ ਆਪਣੇ ਕਹਿੰਦੇ ਨੇ ਨਾ ਕਿ ਆਪਣੇ ਬਲਬੂਤੇ ਤੇ ਆਓ। ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਕੇਸ ਬਿਲਕੁਲ ਠੀਕ ਹੈ, ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਆਪਣੀ ਫਾਈਲ ਲਗਾਓ ਤੇ ਸਹੀ ਬੰਦੇ ਦੇ ਹੱਥਾਂ ਦੇ ਵਿੱਚ ਹੀ ਜਾਓ। ਜੇ ਤੁਹਾਨੂੰ ਜੌਬਸ ਦਿੱਤੀ ਜਾ ਰਹੀ ਹੈ ਜਾਂ ਕੋਈ ਜੌਬਸ ਲੈਟਰ ਇੱਥੋਂ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਤਾਂ ਉਸ ਦੀ ਚੰਗੇ ਤਰੀਕੇ ਨਾਲ ਛਾਣਬੀਨ ਕਰੋ ਕਿ ਉਹ ਜੌਬਸ ਲੈਟਰ ਸਹੀ ਹੈ ਜਾਂ ਨਹੀਂ, ਉਸ ਦੇ ਵਿੱਚ ਕੋਈ ਕਪਲਾ ਤਾਂ ਨਹੀਂ ਹੋ ਸਕਦਾ। ਸੋ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਤੁਸੀਂ ਜ਼ਰੂਰ ਰੱਖੋ। ਖੈਰ ਇੱਥੇ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਵਾਪਸੀ ਕਰਾਂਗੇ। ਵਾਪਸੀ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀ, ਇੰਡੀਆ ਦੀ, ਕੀ ਹੋ ਰਿਹਾ ਉੱਥੇ, ਖਾਸ ਸਰਗਰਮੀਆਂ ਕੀ ਚੱਲ ਰਹੀਆਂ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਦਿਨੀ ਕਿਸਾਨ ਪ੍ਰੋਟੈਸਟ ਹੋ ਰਹੇ ਨੇ ਤਾਂ ਉਹਨਾਂ ਦੇ ਉੱਤੇ ਅਪਡੇਟ ਅਸੀਂ ਜ਼ਰੂਰ ਕਰਾਂਗੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।